ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ। ਮੈਂ ਡਾਕਟਰ ਹਰਪ੍ਰੀਤ ਕੌਰ ਆਪ ਸਭ ਦਾ ਪੇਟੈਂਟ ਦੇ ਦੂਜੇ ਲੈਕਚਰ 'ਚ ਸਵਾਗਤ ਕਰਦੀ ਹਾਂ। ਆਪਾਂ ਲਾਸਟ ਲੈਕਚਰ 'ਚ ਇਹ ਵੇਖਿਆ ਸੀ ਕਿ ਪੇਟੈਂਟ ਕੀ ਹੁੰਦਾ ਹੈ, ਪੇਟੈਂਟ ਕਿਹੜੀ ਚੀਜ਼ ਆਏਗੀ ਜੇ ਆਪਾਂ ਪੇਟੈਂਟ ਕਰਾ ਸਕਦੇ ਹਾਂ। ਹੁਣ ਆਪਾਂ ਵੇਖਦੇ ਹਾਂ ਕਿ ਪੇਟੈਂਟ ਜੇ ਸਾਨੂੰ ਲੈਣਾ ਹੋਏਗਾ, ਜੇ ਮੈਂ ਖੋਜ ਕਰਦਾ ਹਾਂ, ਜਿਸ ਤਰ੍ਹਾਂ ਮੈਂ ਰਿਸਰਚਰ ਹਾਂ, ਜਿਸ ਤਰ੍ਹਾਂ ਮੈਂ ਲੇਖਕ ਹੂੰ ਜਾਂ ਫਿਰ ਮੈਂ ਇੱਕ ਗੀਤਕਾਰ ਹੈਗੀ, ਸੰਗੀਤਕਾਰ ਹੈਗੀ, ਮੈਨੂੰ ਮੇਰੀ ਧੁਨ ਨੂੰ ਪੇਟੈਂਟ ਕਰਾਉਣਾ ਹੋਏਗਾ। ਜਾਂ ਮੈਂ KFC ਦੀ ਓਨਰ ਹੈ ਅਤੇ ਮੈਨੂੰ ਮੇਰੀ ਜੇ ਚਿਕਨ ਬਣਾਉਣ ਦੀ ਵਿਧੀ ਹੈ ਉਹਨੂੰ ਮੈਨੂੰ ਪੇਟੈਂਟ ਕਰਨਾ ਹੈ। ਜਾਂ ਫਿਰ ਮੈਂ ਐਪਲ ਦੀ ਇੱਕ ਇੰਜੀਨੀਅਰ ਹੈ, ਇੱਕ ਓਨਰ ਹੈ ਐਪਲ ਫੋਨ ਕੰਪਨੀ ਦੀ, ਜਿਹਦਾ ਮੈਂ ਨਵਾਂ ਇੱਕ ਫੀਚਰ ਲਾਂਚ ਕੀਤਾ ਹੈ, ਨਵਾਂ ਇੱਕ ਆਪਰੇਟਿੰਗ ਸਿਸਟਮ ਲਾਂਚ ਕੀਤਾ ਹੈ, ਉਹਨੂੰ ਮੈਨੂੰ ਪੇਟੈਂਟ ਕਰਾਉਣਾ ਹੈ। ਅਤੇ ਹੁਣ ਮੈਂ ਇਹ ਸੋਚ ਲਿਆ, ਮੈਂ ਵਿਚਾਰ ਕਰ ਲਿਆ ਕਿ ਮੈਨੂੰ ਇੱਕ ਪੇਟੈਂਟ ਲੈਣਾ ਹੈ ਮੇਰੀ ਕੰਪਨੀ ਲਈ, ਮੇਰੇ ਲਈ ਐਜ਼ ਅ ਰਿਸਰਚਰ। ਜਾਂ ਜਿੱਦਾਂ ਮੈਂ ਲੇਖਕ ਹੋਣਾ ਹੈ, ਅਗਰ ਜਿੱਦਾਂ ਮੈਂ ਇੱਕ ਕਿਤਾਬ ਲਿਖੀ ਹੈ ਤਾਂ ਮੈਨੂੰ ਉਸ ਕਿਤਾਬ ਦਾ ਪੇਟੈਂਟ ਚਾਹੀਦਾ ਹੈ ਕਿ ਜਿੱਦਾਂ ਮੇਰੀ ਵਰਗੀ ਕਿਤਾਬ ਸੇਮ ਮੇਰੀ ਕਿਤਾਬ ਦੀ ਨਕਲ ਕਰਕੇ ਕੋਈ ਦੂਜਾ ਲੇਖਕ ਉਹਦੀ ਨਕਲ ਨਾ ਕਰ ਪਾਵੇ, ਤਾਂ ਜੇ ਮੈਨੂੰ ਉਹਦੇ ਆਧਿਕਾਰਿਕ ਸਾਰੇ ਗ੍ਰਾਂਟ ਚਾਹੀਦੇ ਹੈ ਤਾਂ ਮੈਂ ਕਿਸ ਪ੍ਰਕਾਰ ਪੇਟੈਂਟ ਲੈ ਸਕਦੀ ਹਾਂ। ਤਾਂ ਸਭ ਤੋਂ ਪਹਿਲਾਂ ਜੇ ਇੱਕ ਸਟੈਪ ਹੁੰਦਾ ਹੈ ਫਾਈਲਿੰਗ। ਮੈਨੂੰ ਮੇਰੀ ਪੇਟੈਂਟ ਦੀ ਐਪਲੀਕੇਸ਼ਨ ਜੇ ਹੁੰਦੀ ਹੈ ਉਹ ਫਾਈਲ ਕਰਨੀ ਪਊਗੀ। ਹੁਣ ਜਦੋਂ ਵੀ ਮੈਂ ਪੇਟੈਂਟ ਦੀ ਐਪਲੀਕੇਸ਼ਨ ਫਾਈਲ ਕਰਾਉਣਾ ਚਾਹੁੰਦੀ ਹਾਂ ਤਾਂ ਸਭ ਤੋਂ ਪਹਿਲਾਂ ਮੈਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮੇਰੇ ਪੇਟੈਂਟ ਦੀ ਐਪਲੀਕੇਸ਼ਨ ਦੇ ਉੱਤੇ ਕੀ ਜਾਣਕਾਰੀ ਮੈਨੂੰ ਭਰਨ ਪਏਗੀ। ਸਭ ਤੋਂ ਪਹਿਲਾਂ ਮੈਨੂੰ ਟਾਈਟਲ, ਜੇ ਮੇਰਾ ਸ਼ੀਰਸ਼ਕ ਹੈ ਮੇਰੇ ਖੋਜ ਦਾ, ਉਹ ਮੈਨੂੰ ਭਰਨਾ ਪਏਗਾ। ਉਹਦੇ ਬਾਅਦ 'ਚ ਮੈਨੂੰ ਟੈਕਨੀਕਲ ਫੀਲਡ ਇੰਡੀਕੇਸ਼ਨ ਕਿ ਕਿਹੜੀ ਫੀਲਡ ਵਿੱਚ ਮੇਰਾ ਇਨਵੈਂਸ਼ਨ ਹੈਗਾ, ਖੋਜ ਹੈਗੀ। ਦ ਬੈਕਗਰਾਊਂਡ ਐਂਡ ਦ ਡਿਸਕ੍ਰਿਪਸ਼ਨ, ਕਿਸ ਪ੍ਰਕਾਰ ਦੀ ਖੋਜ ਹੈ, ਉਹਦੇ ਪਿੱਛੇ ਦਾ ਮਕਸਦ ਕੀ ਹੈ, ਅਤੇ ਮੈਂ ਉਹ ਕਿਸ ਤਰੀਕੇ ਨਾਲ ਮੈਂ ਉਹਨੂੰ ਬਣਾਇਆ ਹੈ, ਉਹਦੀ ਥੋੜ੍ਹੀ ਬਹੁਤ ਜਾਣਕਾਰੀ। ਅਤੇ ਡੀਟੇਲਡ ਯੂਜ਼ ਐਂਡ ਰੀਪਰੋਡਿਊਸ ਆਫ ਇਨਵੈਂਸ਼ਨ। ਜੇ ਚੌਥੀ ਜਾਣਕਾਰੀ ਹੈ ਉਹ ਮੈਨੂੰ ਭਰਨ ਪਏਗੀ, ਜਿੱਦਾਂ ਕਿ ਮੇਰੀ ਜੇ ਵਿਧੀ ਹੈਗੀ ਜਾਂ ਫਿਰ ਮੇਰੀ ਜੇ ਕਿਤਾਬ ਹੈਗੀ ਜਾਂ ਫਿਰ ਮੇਰੀ ਜੇ ਖੋਜ ਹੈਗੀ, ਉਹ ਮੈਂ ਕਿਸ ਤਰੀਕੇ ਨਾਲ ਕੀ ਕਰੀ ਹੈ, ਉਹ ਸਾਰੀ ਜਾਣਕਾਰੀ, ਡੀਟੇਲਡ ਜਾਣਕਾਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਮੈਨੂੰ ਉਹਦੇ ਵਿੱਚ ਭਰਨ ਪਏਗੀ। ਜਿੱਦਾਂ ਆਪਾਂ ਇੱਕ ਉਦਾਹਰਨ ਦੇ ਤੌਰ 'ਤੇ ਇਹਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ, ਜਿੱਦਾਂ ਮੈਂ ਇੱਕ ਰਿਸਰਚ ਕੀਤੀ ਹੈ, ਇੱਕ ਖੋਜ ਕੀਤੀ ਹੈ ਕਿਸੇ ਸਟਾਕ ਮਾਰਕੀਟ ਜਾਂ ਕਿਸੇ ਵੀ ਟੋਪਿਕ 'ਤੇ ਮੈਂ ਰਿਸਰਚ ਕੀਤੀ ਹੈ, ਤਾਂ ਉਹਦਾ ਟਾਈਟਲ ਕੀ ਹੈ, ਉਹਦਾ ਸ਼ੀਰਸ਼ਕ ਮੈਨੂੰ ਬਤਾਉਣਾ ਪਏਗਾ। ਉਹਦੀ ਫੀਲਡ ਕੀ ਹੈ, ਉਹਦੀ ਫੀਲਡ ਹੋ ਸਕਦੀ ਹੈ ਫਾਈਨੈਂਸ ਹੋਵੇ, ਕਿਸੇ ਦੀ ਫੀਲਡ ਸੰਗੀਤ ਹੋ ਸਕਦੀ ਹੈ, ਕਿਸੇ ਦੀ ਫੀਲਡ ਡਾਂਸ ਸਟੈਪ ਵੀ ਹੋ ਸਕਦਾ ਹੈ, ਕਿਸੇ ਦੀ ਫੀਲਡ ਫੂਡ ਇੰਡਸਟਰੀ ਵੀ ਹੋ ਸਕਦਾ ਹੈ, ਜਿਸ ਤਰੀਕੇ ਨਾਲ ਮੈਂ ਐਗਜ਼ਾਮਪਲ ਲਿੱਤਾ ਹੈ KFC ਦਾ। ਅਤੇ ਆਪਾਂ ਮੋਬਾਈਲ ਦੀ ਫੀਲਡ ਵੀ ਹੋ ਸਕਦੀ ਹੈ, ਟੈਕਨੀਕਲ ਫੀਲਡ ਮੈਂ ਲੈਪਟਾਪ ਵੀ ਹੋ ਸਕਦਾ ਹੈ, ਜਿੱਦਾਂ ਮੈਕਬੁੱਕ ਹੈ ਐਪਲ ਦੀ। ਇਸ ਤਰੀਕੇ ਨਾਲ ਵੱਖ ਪ੍ਰਕਾਰ ਦੀ ਆਪਾਂ ਖੋਜ ਕਰਕੇ ਉਹਦਾ ਪੇਟੈਂਟ ਦੀ ਫਾਈਲਿੰਗ ਕਰ ਸਕਦੇ ਹਾਂ। ਹੁਣ ਆਪਾਂ ਇਹਦੇ ਵਿੱਚ ਜੇ ਆਪਾਂ ਹੋਰ ਡੀਟੇਲਡ ਜੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਸਮਝ ਸਕਦੇ ਹਾਂ। ਵਿਜ਼ੂਅਲ ਮਟੀਰੀਅਲ ਵੀ ਸਾਨੂੰ ਉਹਦੇ ਵਿੱਚ ਦੇਣਾ ਪਊਗਾ। ਵਿਜ਼ੂਅਲ ਮਟੀਰੀਅਲ ਆਪਾਂ ਉਹਨੂੰ ਸਮਝ ਸਕਦੇ ਹਾਂ, ਜਿੱਦਾਂ ਡਾਇਗਰਾਮਸ ਹੁੰਦੇ, ਚਿੱਤਰ ਹੁੰਦੇ ਹੈ, ਡਰਾਇੰਗ ਪਲਾਨਸ ਹੁੰਦੀ ਹੈ, ਜਿੱਦਾਂ ਉਹਦੇ ਬਲੂ ਪ੍ਰਿੰਟਸ ਹੁੰਦੀ ਹੈ, ਜਿੱਦਾਂ ਮੇਰੀ ਇਨਵੈਂਸ਼ਨ ਦੀ, ਉਹ ਵੀ ਮੈਨੂੰ ਉੱਥੇ ਫਾਈਲਿੰਗ ਦੇ ਵਿੱਚ ਮੈਨੂੰ ਰੱਖਣਾ ਪਏਗਾ ਕਿ ਕਿਸ ਤਰੀਕੇ ਦਾ ਡਾਇਗਰਾਮ ਹੈ, ਕਿਸ ਤਰੀਕੇ ਦਾ ਡਰਾਇੰਗ ਪਲਾਨ ਹੈ, ਉਹ ਵੀ ਮੈਨੂੰ ਉੱਥੇ ਫਾਈਲਿੰਗ ਐਪਲੀਕੇਸ਼ਨ ਦੇ ਉੱਤੇ ਮੈਨੂੰ ਰੱਖਣਾ ਪਊਗਾ।
The application also contains various claims, that is information which determines the extent of protection granted by the patent. ਹੁਣ ਜਦੋਂ ਮੈਂ ਇੱਕ ਇਹ ਵੀ ਸਾਨੂੰ ਸਮਝਣਾ ਪਊਗਾ ਕਿ ਕਿਸ ਚੀਜ਼ ਦੀ, ਜਿੱਦਾਂ ਆਪਾਂ ਬਾਤ ਕਰ ਰਹੇ ਸੀ KFC ਦੀ ਵਿਧੀ ਬਣਾਉਣ ਦੀ ਵਿਧੀ, ਤੇ ਹੁਣ ਇਹਦਾ ਆਪਾਂ ਸਿਰਫ ਵਿਧੀ ਨੂੰ ਪੇਟੈਂਟ ਕਰਾ ਸਕਦੇ ਹਾਂ। ਇੱਦਾਂ ਨਹੀਂ ਹੋ ਸਕਦਾ ਕਿ ਆਪਾਂ ਕਿਸੇ ਰੈਸਿਪੀ ਨੂੰ ਪੇਟੈਂਟ ਕਰਾ ਸਕਦੇ ਹਾਂ, ਪਰ ਆਪਾਂ ਚਿਕਨ ਨੂੰ ਜਾਂ ਤਾਂ ਫਿਰ ਆਪਾਂ ਪੂਰੀ ਦੀ ਪੂਰੀ ਇੱਕ ਫੀਲਡ ਨੂੰ ਪੇਟੈਂਟ ਨਹੀਂ ਕਰਾ ਸਕਦੇ ਕਿ ਮੈਂ ਜੇ ਗਾਣਾ ਗਾਇਆ ਹੈ ਉਹ ਕੋਈ ਦੂਜਾ ਗੀਤਕਾਰ ਗਾਣਾ ਨਹੀਂ ਗਾ ਸਕਦਾ। ਇੱਦਾਂ ਆਪਾਂ ਕਰ ਸਕਦੇ ਹਾਂ, ਪਰ ਇੱਦਾਂ ਨਹੀਂ ਕਰ ਸਕਦੇ ਕਿ ਉਹਦੇ ਜੇ ਵਰਡਸ ਹੈ, ਉਹਦੇ ਜੇ ਮਿਊਜ਼ਿਕ ਹੈ, ਉਹ ਸੇਮ ਤਰੀਕੇ ਨਾਲ ਦੂਜਾ ਬੰਦਾ ਵੱਖ ਤਰੀਕੇ ਨਾਲ ਉਹਨੂੰ ਯੂਜ਼ ਕਰ ਸਕਦਾ ਹੈ। ਤੋ ਐਪਲੀਕੇਸ਼ਨ ਵਿੱਚ ਉਹਦੇ ਕਲੇਮ ਵੀ ਆਉਂਦੇ ਹੈ ਕਿ ਮੈਂ ਸਿਰਫ ਵਿਧੀ ਦੀ, ਮੈਂ ਸਿਰਫ ਇਸ ਸੰਗੀਤ ਦੀ, ਮੈਂ ਸਿਰਫ ਇਸ ਕਿਤਾਬ ਦੇ ਇਸ ਲਿਖਣ ਦੇ ਤਰੀਕੇ ਦੀ, ਕਿ ਇਸ ਕੰਟੈਂਟ ਦੀ ਹੀ ਪੇਟੈਂਟ ਲਿੱਤਾ ਹੈ। ਦੂਜੀ ਸਾਰੀ ਵਸਤੂਆਂ ਦੇ, ਦੂਜੀ ਸਾਰੀ ਚੀਜ਼ਾਂ ਨੂੰ ਦੂਜਾ ਬੰਦਾ, ਦੂਜਾ ਲੇਖਕ, ਦੂਜਾ ਗਾਇਕ ਇਸਤੇਮਾਲ ਕਰ ਸਕਦਾ ਹੈ। ਹੁਣ ਆਪਾਂ ਇਹ ਵੇਖਦੇ ਹਾਂ ਕਿ ਕਿਸ ਕਿਸ ਚੀਜ਼ਾਂ ਨੂੰ ਆਪਾਂ ਪੇਟੈਂਟ ਕਰਾ ਸਕਦੇ ਹਾਂ। ਸਭ ਤੋਂ ਇੱਦਾਂ ਨਹੀਂ ਹੋ ਸਕਦਾ ਕਿ ਮੈਂ ਕੋਈ ਟੀ-ਸ਼ਰਟ ਪਾ ਰਹੀ ਹਾਂ ਅਤੇ ਮੈਂ ਉਹਨੂੰ ਪੇਟੈਂਟ ਕਰਾ ਲਵਾਂ। ਆਪਾਂ ਸਾਰੀ ਚੀਜ਼ਾਂ ਨੂੰ ਪੇਟੈਂਟ ਨਹੀਂ ਕਰਾ ਸਕਦੇ ਹਾਂ। ਆਪਾਂ ਉਹ ਵੇਖਦੇ ਹਾਂ ਕਿ ਆਪਾਂ ਕਿਨ ਕਿਨ ਚੀਜ਼ਾਂ ਨੂੰ ਪੇਟੈਂਟ ਕਰਾ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਕ ਸਬਜੈਕਟ ਮੈਟਰ ਹੋਣਾ ਚਾਹੀਦਾ ਹੈ ਕਿ ਮੈਂ ਇਸ ਵਿਧੀ ਨੂੰ, ਇਸ ਸੁਰ ਨੂੰ, ਇਸ ਕਿਤਾਬ ਨੂੰ, ਇਸ ਖੋਜ ਕਰਨ ਦੇ ਤਰੀਕੇ ਨੂੰ ਪੇਟੈਂਟ ਕਰਾ ਸਕਦਾ ਹੈ। ਜੇ ਆਪਾਂ ਕੁਝ ਵੀ ਪੇਟੈਂਟ ਕਰਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਇੱਕ ਕੰਪਲਸ਼ਨ ਹੈ, ਇੱਕ ਮੈਂਡੇਟਰੀ ਚੀਜ਼ ਇਹ ਹੈਗੀ ਕਿ ਉਹ ਨਵੀਂ ਹੋਣੀ ਚਾਹੀਦੀ ਹੈ ਖੋਜ। ਪੁਰਾਣੀ ਹੈ ਜੇ ਕਿਸੇ ਔਰ ਨੇ ਖੋਜ ਕਰ ਲਿੱਤੀ ਹੈ ਤੇ ਉਹਦੇ ਬਾਅਦ 'ਚ ਮੈਂ ਉਹਦੇ ਵਿੱਚ ਕੁਛ ਚੇਂਜ ਕਰਕੇ, ਕੁਛ ਮੋਡੀਫਾਈ ਕਰਕੇ ਜੇ ਮੈਂ ਕੁਛ ਲਾਵਾਂਗਾ ਤਾਂ ਉਹ ਮੇਰੀ ਨਵੀਂ ਖੋਜ ਨਹੀਂ ਹੋਊਗੀ, ਤਾਂ ਮੈਂ ਉਹਦਾ ਪੇਟੈਂਟ ਨਹੀਂ ਲੈ ਸਕਦੀ ਹਾਂ। ਅਤੇ ਜਦੋਂ ਵੀ ਸਾਨੂੰ ਕੋਈ ਪੇਟੈਂਟ ਲੈਣਾ ਹੈ ਤਾਂ ਉਹ ਚੀਜ਼ ਨਵੀਂ ਹੋਣੀ ਚਾਹੀਦੀ ਆ, ਨਵੇਂ ਸਟੈਪਸ, ਨਵੇਂ ਤਰੀਕੇ ਨਾਲ ਹੋਣੀ ਚਾਹੀਦੀ ਆ। ਦੂਜੀ ਕਿ ਉਹ ਯੂਜ਼ਫੁਲ, ਇਸਤੇਮਾਲ ਕਰਨ ਲਾਇਕ ਚੀਜ਼ ਹੋਣੀ ਚਾਹੀਦੀ ਆ, ਜਿੱਦਾਂ ਕਿ ਉਹ ਕਰਨ ਤੋਂ ਬਾਅਦ, ਉਹ ਇਸਤੇਮਾਲ ਕਰਨ ਤੋਂ ਬਾਅਦ ਦੂਜੇ ਲੋਕਾਂ ਨੂੰ, ਵਪਾਰੀ ਨੂੰ, ਸਟੂਡੈਂਟਸ ਨੂੰ, ਕਿਸੇ ਨੂੰ ਵੀ ਸਮਾਜਿਕ ਤੌਰ 'ਤੇ ਉਹਦਾ ਫਾਇਦਾ ਹੋਣਾ ਚਾਹੀਦਾ ਹੈ। ਅਤੇ ਲਾਸਟ ਵਿੱਚ ਹੈਗਾ ਇਸ ਡਿਸਕਲੋਜ਼ ਨਾ ਕਲੀਅਰ ਐਂਡ ਕੰਪਲੀਟ ਮੈਰਿਟ ਪੇਟੈਂਟ ਐਪਲੀਕੇਸ਼ਨ। ਬਹੁਤ ਕਲੀਅਰ ਤਰੀਕੇ ਨਾਲ, ਬਹੁਤ ਕੰਪਲੀਟ ਡੀਟੇਲਡ ਤਰੀਕੇ ਨਾਲ ਉਹਦੀ ਇਨਫੋਰਮੇਸ਼ਨ, ਉਹਦੀ ਸਾਰੀ ਜਾਣਕਾਰੀ ਉਹਦੇ ਵਿੱਚ ਰੱਖਣੀ ਪਏਗੀ ਕਿ ਮੈਂ ਕਿਸ ਚੀਜ਼ ਨੂੰ ਪੇਟੈਂਟ ਕੀਤਾ ਹੈ ਅਤੇ ਕਿਉਂ ਕੀਤਾ ਹੈ। ਹੁਣ ਆਪਾਂ ਉਹਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਜਿੱਦਾਂ ਕਿ ਮੈਂ ਕੋਈ ਵੀ ਸਾਇੰਟੀਫਿਕ ਥਿਊਰੀ ਹੈ, ਜਿੱਦਾਂ ਕਿ E=mc² ਇੱਕ ਪੇਟੈਂਟ ਕੀਤਾ ਗਿਆ ਇਕੁਏਸ਼ਨ ਨੂੰ ਪੇਟੈਂਟ ਕਰਾ ਸਕਦੇ ਹਾਂ। ਆਪਾਂ ਗਣਿਤ ਦੀ ਇਕੁਏਸ਼ਨ ਨੂੰ ਪੇਟੈਂਟ ਕਰਾ ਸਕਦੇ ਹਾਂ। ਆਪਾਂ ਕੋਈ ਥਿਊਰੀ ਹੈਗੀ, ਨਿਊਟਨ ਥਿਊਰੀ ਹੈ, ਉਹ ਵੀ ਪੇਟੈਂਟ ਹੋ ਸਕਦੀ ਆ। ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਪਕਸ਼ੀ ਦੀ ਵੈਰਾਈਟੀ ਹੈਗੀ ਆ, ਜਾਂ ਤਾਂ ਫਿਰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਕੋਈ ਵੀ ਪਲਾਂਟ ਹੈਗਾ, ਪੇੜ ਹੈਗਾ, ਉਹਨੂੰ ਮੈਂ ਇੱਕ ਨਵੀਂ ਹਾਈਬ੍ਰਿਡ ਚੀਜ਼ ਪੈਦਾ ਕੀਤੀ ਆ, ਨਵੀਂ ਹਾਈਬ੍ਰਿਡ ਇਨਵੈਂਸ਼ਨ ਕੀਤੀ ਆ, ਖੋਜ ਕੀਤੀ, ਉਹਨੂੰ ਵੀ ਆਪਾਂ ਪੇਟੈਂਟ ਕਰਾ ਸਕਦੇ ਹਾਂ। ਕੋਈ ਕੁਦਰਤੀ ਜੇ ਕੋਈ ਨਵੀਂ ਵਸਤੂ ਮੈਂ ਕੋਈ ਜੇ ਖੋਜ ਕੀਤੀ ਆ, ਉਹਨੂੰ ਵੀ ਮੈਂ ਪੇਟੈਂਟ ਕਰਾ ਸਕਦੀ ਹਾਂ। ਕੋਈ ਨਵੇਂ ਤਕਨੀਕ ਨੂੰ, ਪੋਲਿਸੀ, ਪ੍ਰੋਸੀਜਰ, ਉਹਨੂੰ ਵੀ ਮੈਂ ਪੇਟੈਂਟ ਕਰਾ ਸਕਦੀ ਹਾਂ। ਅਤੇ ਦੂਜੀ ਇੱਕ ਹੁੰਦੀ ਹੈ ਮੈਡੀਕਲ ਟਰੀਟਮੈਂਟ ਨੂੰ, ਜਿੱਦਾਂ ਕਿ ਮੈਂ ਜਿਸ ਤਰ੍ਹਾਂ ਕੈਂਸਰ ਨੂੰ ਕਿਉਰ ਕਰ ਸਕਦੀ, ਜਿੱਦਾਂ ਆਪਾਂ ਇੱਕ ਉਦਾਹਰਣ ਲੈ ਸਕਦੇ ਹਾਂ ਗੋਲਡਨ ਮਿਲਕ। ਕੋਵਿਡ ਦੇ ਟਾਈਮ 'ਤੇ ਬਹੁਤ ਜ਼ਿਆਦਾ ਚੱਲਿਆ ਸੀ, ਪ੍ਰਚਲਿਤ ਹੋਇਆ ਸੀ ਕਿ ਅਮੈਰੀਕਾ ਨੇ ਗੋਲਡਨ ਮਿਲਕ, ਜਿਹਨੂੰ ਆਪਾਂ ਕਹਿ ਸਕਦੇ ਹਾਂ ਹਲਦੀ ਵਾਲਾ ਦੁੱਧ, ਵੀ ਪੇਟੈਂਟ ਕਰਾਇਆ ਹੈ। ਅਤੇ ਬਾਬਾ ਰਾਮਦੇਵ ਨੇ ਬਹੁਤ ਸਾਰੀ ਦਵਾਈਆਂ, ਗਿਲੋਏ ਦੇ ਇਸਤੇਮਾਲ ਦੀ ਚੀਜ਼ ਦਾ ਵੀ ਪੇਟੈਂਟ ਐਪਲੀਕੇਸ਼ਨ ਫਾਈਲ ਕੀਤਾ ਹੋਇਆ ਹੈ। ਤਾਂ ਇਸ ਪ੍ਰਕਾਰ ਆਪਾਂ ਸਮਝ ਸਕਦੇ ਹਾਂ ਕਿ ਆਪਾਂ ਕਿਨ ਕਿਨ ਚੀਜ਼ਾਂ ਦਾ ਪੇਟੈਂਟ ਕਰਾ ਸਕਦੇ ਹਾਂ।
ਹੁਣ ਤਰੀਕਾ ਵਿਧੀ ਕੀ ਹੈ ਜੇ ਮੈਨੂੰ ਕਿਸੇ ਵੀ ਪੇਟੈਂਟ ਕਿਸੇ ਦੀ ਵੀ ਪੇਟੈਂਟ ਚਾਹੀਦੀ ਹੈ ਮੈਨੂੰ, ਤੇ ਹੁਣ ਕਿਸ ਤਰੀਕੇ ਮੈਂ ਦਾ ਨਾਲ ਉਹਦੀ ਵਿਧੀ ਹੈ, ਕਿਸ ਦਾ ਉਹਦਾ ਪ੍ਰੋਸੀਜਰ ਕੀ ਹੈ ਜੇ ਮੈਨੂੰ ਕੁਝ ਵੀ ਚੀਜ਼ ਪੇਟੈਂਟ ਕਰਾਉਣੀ ਹੋਏਗੀ ਤਾਂ ਸਭ ਤੋਂ ਪਹਿਲਾਂ ਮੈਨੂੰ ਪ੍ਰਾਇਰ ਆਰਟ ਸਰਚ ਦਾ ਆਪਾਂ ਕਹਿੰਦੇ ਆ ਕਿ ਪੁਰਾਣੀ ਚੀਜ਼ਾਂ ਦੀ ਸਰਚ ਕਰਨੀ ਪਏਗੀ ਕਿ ਮੈਂ ਜੇ ਚੀਜ਼ ਬਣਾਈ ਹੈ ਉਹ ਕਿਸੇ ਔਰ ਨੇ ਪਹਿਲਾਂ ਬਣਾਈ ਤਾਂ ਨਹੀਂ ਹੈ। ਇਹ ਮੈਨੂੰ ਕਿਸ ਤਰ੍ਹਾਂ ਸਰਚ ਕਰਨਾ ਪਊਗਾ, ਮੈਨੂੰ ਉਹਨੂੰ ਆਪਾਂ ਕਹਿੰਦੇ ਹਾਂ ਪ੍ਰਾਇਰ ਆਰਟ ਸਰਚ। ਪ੍ਰਾਇਰ ਆਰਟ ਸਰਚ ਕਰਨ ਲਈ ਜੇ ਪੁਰਾਣੀ ਇਨਫੋਰਮੇਸ਼ਨ ਹੈ ਉਸ ਟੌਪਿਕ ਰਿਲੇਟਿਡ, ਉਸ ਸ਼ੀਰਸ਼ਕ ਰਿਲੇਟਿਡ, ਉਹ ਮੈਨੂੰ ਸਰਚ ਕਰਨ ਪਏਗੀ। ਹੁਣ ਜਦੋਂ ਮੈਂ ਉਹ ਇਨਫੋਰਮੇਸ਼ਨ ਸਰਚ ਕਰਾਂਗੀ ਤਾਂ ਮੈਨੂੰ ਪਤਾ ਲੱਗੂਗਾ ਕਿ ਇਸ ਤਰੀਕੇ ਦੀ ਇਸ ਫੀਲਡ ਵਿੱਚ ਕੋਈ ਔਰ ਖੋਜ ਕਿਸੇ ਔਰ ਨੇ ਕੀਤੀ ਹੈ ਕਿ ਨਹੀਂ ਕੀਤੀ ਹੈ। ਜੇ ਕੀਤੀ ਹੋਏਗੀ ਤਾਂ ਮੈਂ ਫਿਰ ਉਹਦਾ ਪੇਟੈਂਟ ਨਹੀਂ ਕਰਾ ਸਕਦੀ ਹਾਂ, ਅਤੇ ਉਹਨੂੰ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਆਈਟਮ ਜੋ ਹੈਗੀ ਉਹ ਮੈਥਡ ਜੀ ਹੈਗੀ, ਉਹ ਵਿਧੀ ਜੀ ਹੈਗੀ, ਉਹ ਅਨਪੇਟੈਂਟੇਬਲ ਹੈ, ਕਿਉਂਕਿ ਉਸ ਤਰੀਕੇ ਦੀ ਪੇਟੈਂਟ ਆਲਰੇਡੀ ਉਸ ਤੋਂ ਪਹਿਲਾਂ ਵੀ ਕੋਈ ਔਰ ਕਰ ਚੁੱਕਿਆ ਹੈ। ਹੁਣ ਆਪਾਂ ਜਦੋਂ ਮੈਨੂੰ ਰਿਸਰਚ ਕਰਨੀ ਹੈਗੀ, ਜਦੋਂ ਮੈਨੂੰ ਪ੍ਰਾਇਰ ਆਰਟ ਸਰਚ ਕਰਨੀ ਹੈਗੀ ਕਿ ਜੇ ਮੈਂ ਬਣਾਉਣ ਚਾਹੁੰਦੀ ਹਾਂ ਚੀਜ਼ ਜਾਂ ਫਿਰ ਜੋ ਚੀਜ਼ ਮੈਂ ਬਣਾਈ ਆ ਉਹ ਕਿਸੇ ਔਰ ਨੇ ਇਸ ਤੋਂ ਪਹਿਲਾਂ ਕਦੀ ਬਣਾਈ ਹੈ ਕਿ ਨਹੀਂ ਬਣਾਈ ਹੈ, ਤਾਂ ਮੈਂ ਕਿੱਥੇ ਉਹਦਾ ਸਰਚ ਕਰਾਂਗੀ। ਮੈਂ ਉਹਦਾ ਸਰਚ ਜਰਨਲਸ ਕਰਾਂਗੀ, ਕਿਤਾਬਾਂ ਟੈਕਸਟ ਬੁੱਕ ਵਿੱਚ ਮੈਂ ਸਰਚ ਕਰ ਸਕਦੀ ਹਾਂ। ਕਾਨਫਰੰਸ ਪ੍ਰੋਸੀਡਿੰਗ ਦੀ ਜੇ ਜਰਨਲਸ ਹੁੰਦੀ ਹੈ, ਪ੍ਰੋਸੀਡਿੰਗਸ ਹੁੰਦੀ ਹੈ, ਉਹਦੇ ਵਿੱਚ ਵੀ ਮੈਂ ਸਰਚ ਕਰ ਸਕਦੀ ਹਾਂ। ਪੁਰਾਣੀ ਜੇ ਥੀਸਿਸ ਹੁੰਦੀ ਹੈ ਉਹਦੇ ਵਿੱਚ ਵੀ ਮੈਂ ਸਰਚ ਕਰਕੇ ਵੇਖ ਸਕਦੀ ਹਾਂ ਕਿ ਇਸ ਪ੍ਰਕਾਰ ਦੀ ਕੋਈ ਵੀ ਖੋਜ ਹੋਈ ਹੈ ਕਿ ਨਹੀਂ ਹੋਈ ਹੈ, ਇਸ ਚੀਜ਼ ਦੇ ਉੱਪਰ ਕਿਸੇ ਨੇ ਪੇਟੈਂਟ ਲਿਆ ਹੈ ਕਿ ਨਹੀਂ ਲਿਆ ਹੈ। ਅਤੇ ਮੈਂ ਥੀਸਿਸ ਹੋ ਗਏ, ਫਿਰ ਵੈਬਸਾਈਟਸ ਹੁੰਦਾ ਔਨਲਾਈਨ ਅੱਜ ਕੱਲ੍ਹ ਸਾਰੀ ਇਨਫੋਰਮੇਸ਼ਨ ਸਾਰੀ ਜਾਣਕਾਰੀ ਅਵੇਲੇਬਲ ਹੈ, ਅਤੇ ਉਹਦੇ ਉੱਤੇ ਵੀ ਵੈਬਸਾਈਟਸ 'ਤੇ ਜਾ ਕੇ ਵੀ ਮੈਂ ਸਰਚ ਕਰ ਸਕਦੀ ਹਾਂ ਕਿ ਇਸ ਤਰੀਕੇ ਦੀ ਕੋਈ ਪੇਟੈਂਟ ਹੈ ਮਾਰਕੀਟ ਵਿੱਚ ਕਿ ਨਹੀਂ ਹੈ। ਕੰਪਨੀ ਬਰੋਸ਼ਰਸ ਮੈਂ ਵੇਖ ਸਕਦੀ ਹਾਂ, ਜਿੱਦਾਂ ਕਿ ਮੈਨੂੰ ਇੱਕ ਤਰੀਕੇ ਦਾ ਫੀਚਰ ਮੈਂ ਬਣਾਇਆ ਹੋਇਆ ਫ਼ੋਨ ਦਾ, ਅਤੇ ਮੈਂ ਦੂਜੇ ਫ਼ੋਨ ਦੀ ਕੰਪਨੀ ਦੇ ਬਰੋਸ਼ਰਸ ਵੈਬਸਾਈਟਸ 'ਤੇ ਵੇਖ ਸਕਦੀ ਹਾਂ ਕਿ ਉਹ ਸੇਮ ਤਰੀਕੇ ਦੀ ਖੋਜ ਕਿਸੇ ਔਰ ਨੇ ਲਈ ਹੋਈ ਹੈ ਕਿ ਨਹੀਂ ਲਈ ਹੋਈ ਹੈ, ਪੇਟੈਂਟ ਕੀਤਾ ਗਿਆ ਹੈ ਕਿ ਨਹੀਂ ਕੀਤਾ ਗਿਆ। ਟ੍ਰੇਡ ਪਬਲੀਕੇਸ਼ਨਸ ਹੁੰਦੇ ਆ, ਨਿਊਜ਼ਪੇਪਰ ਆਰਟੀਕਲਸ ਹੁੰਦੇ, ਅਖਬਾਰਾਂ ਵਿੱਚ ਮੈਂ ਵੇਖ ਸਕਦੀ ਹਾਂ, ਅਤੇ ਵਪਾਰਿਕ ਪਬਲੀਕੇਸ਼ਨਸ ਜੋ ਹੁੰਦੀ ਹੈ ਉਹਦੇ ਵਿੱਚ ਵੀ ਮੈਂ ਵੇਖ ਸਕਦੀ ਹਾਂ ਕਿ ਇਸ ਤਰੀਕੇ ਦੀ ਪੇਟੈਂਟ ਕਿਤੇ ਹੋਈ ਹੈ ਕਿ ਨਹੀਂ ਹੋਈ। ਜਦੋਂ ਮੈਂ ਇਹ ਸਾਰੀ ਚੀਜ਼ਾਂ ਨੂੰ ਸਰਚ ਕਰਾਂਗੀ, ਉਹਦੇ ਵਿੱਚ ਮੈਂ ਵੇਖਾਂਗੀ, ਉਹਦੇ ਵਿੱਚ ਮੈਂ ਢੂੰਡਾਂਗੀ ਕਿ ਮੈਨੂੰ ਮੇਰੇ ਜਿਸ ਦੀ ਪੇਟੈਂਟ ਮੈਂ ਕਰਾਉਣ ਚਾਹੁੰਦੀ ਹਾਂ ਉਹਦੀ ਪੇਟੈਂਟ ਹੋਈ ਹੈ ਕਿ ਨਹੀਂ ਹੋਈ ਹੈ। ਜੇ ਨਹੀਂ ਹੋਈ ਹੋਏਗੀ ਤਾਂ ਮੈਂ ਫਿਰ ਪੇਟੈਂਟ ਨੂੰ ਫਾਈਲ ਕਰ ਸਕਦੀ ਹਾਂ। ਅਗਰ ਉਹ ਪੇਟੈਂਟ ਹੋਈ ਹੈ ਅਤੇ ਫਿਰ ਮੈਂ ਉਹਦੇ ਉੱਤੇ ਪੇਟੈਂਟ ਫਾਈਲ ਨਹੀਂ ਕਰ ਸਕਦੀ ਹਾਂ। ਉਹ ਮੈਨੂੰ ਪਤਾ ਲੱਗੂਗਾ ਕਿਸ ਚੀਜ਼ ਤੋਂ ਬਾਅਦ, ਪ੍ਰਾਇਰ ਆਰਟ ਰਿਸਰਚ ਕਰਨ ਤੋਂ ਬਾਅਦ। ਹੁਣ ਪ੍ਰੋਸੀਜਰ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਪੇਟੈਂਟ ਇਨਫੋਰਮੇਸ਼ਨ ਇਜ਼ ਅ ਯੂਨੀਕ ਸੋਰਸ ਆਫ ਕਲਾਸੀਫਾਈਡ ਟੈਕਨੀਕਲ ਇਨਫੋਰਮੇਸ਼ਨ ਵਿਚ ਕੰਪਨੀਜ਼ ਮੇ ਫਾਈਂਡ ਆਫ ਗ੍ਰੇਟ ਵੈਲਿਊ। ਹੁਣ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਜਿਸ ਵੀ ਚੀਜ਼ ਦੀ ਪੇਟੈਂਟ ਹੁੰਦੀ ਆ ਉਸ ਕੰਪਨੀ ਨੇ, ਉਸ ਬੰਦੀ ਨੇ, ਇਨਵੈਂਟਰ ਨੇ, ਸਾਇੰਟਿਸਟ ਨੇ ਉਹਦੀ ਜਾਣਕਾਰੀ, ਉਹਦੀ ਪਲੈਨਿੰਗ, ਉਹਦੀ ਸਾਰੀ ਟੈਕਨੀਕਲ ਇਨਫੋਰਮੇਸ਼ਨ ਪਬਲਿਸ਼ ਕਰਨ ਦੀ ਪੈਂਦੀ ਹੈ। ਮੋਸਟ ਸਿਗਨੀਫਿਕੈਂਟ ਇਨਵੈਂਸ਼ਨਸ ਆਰ ਡਿਸਕਲੋਜ਼ਡ, ਸਾਰਿਆਂ ਨੂੰ ਬਤਾਉਣਾ ਪਊਗਾ ਕਿ ਇਸ ਤਰੀਕੇ ਦੀ ਕੋਈ ਪੇਟੈਂਟ ਫਾਈਲ ਹੋਈ ਹੈ, ਇਸ ਤਰੀਕੇ ਦੀ ਕੋਈ ਪੇਟੈਂਟ ਮਾਰਕੀਟ ਵਿੱਚ ਆਈ ਹੈ। Patents and published patents application provide means of learning about current research and innovations before the relevant innovative product appears in the market. ਇਸ ਤਰੀਕੇ ਦਾ ਨਾਲ ਕੰਮ ਨਹੀਂ ਹੋ ਸਕਦਾ ਕਿ ਜਦੋਂ ਮੈਂ ਪੇਟੈਂਟ ਆਇਆ ਤਦੋਂ ਮੈਂ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ, ਡਿਸਕਲੋਜ਼ ਕੀਤੀ ਹੈ ਕਿ ਇਸ ਤਰੀਕੇ ਦਾ ਪੇਟੈਂਟ ਮਾਰਕੀਟ 'ਚ ਆ ਗਿਆ ਹੈ। ਜਦੋਂ ਵੀ ਮੈਂ ਪੇਟੈਂਟ ਫਾਈਲ ਕੀਤਾ ਹੈ, ਜਦੋਂ ਵੀ ਮੈਂ ਪਬਲਿਸ਼ ਕੀਤਾ ਹੈ ਪੇਟੈਂਟ, ਉਹਦੀ ਸਾਰੀ ਜਾਣਕਾਰੀ ਮੈਨੂੰ ਪਬਲਿਕ ਵਿੱਚ, ਮਾਰਕੀਟ ਵਿੱਚ ਫਲੋਟ ਕਰਨ ਪੈਂਦੀ ਹੈ, ਰੱਖਣੀ ਪੈਂਦੀ ਹੈ। ਇਸ ਤਰੀਕੇ ਦੇ ਪੇਟੈਂਟ ਆਲਰੇਡੀ ਇਸ ਇੰਡਸਟਰੀ ਦੇ ਵਪਾਰ ਵਿੱਚ ਹੋ ਚੁੱਕੀ ਹੈ। ਪੇਟੈਂਟ 'ਚ ਸਰਚ ਹੁੰਦਾ ਹੈ
ਉਹ ਸਾਰੇ ਰਿਸਰਚ ਐਂਡ ਡਿਵੈਲਪਮੈਂਟ ਦੇ ਐਫਰਟ ਨਾਲ ਹੁੰਦਾ ਹੈ। R&D ਐਫਰਟ ਸਾਰੇ ਕੰਪਨੀਆਂ ਦੇ ਬਹੁਤ ਜ਼ਰੂਰੀ ਹੈ, ਬਹੁਤ ਇੰਪੋਰਟੈਂਟ ਹੈ। ਜੇ ਐਫਰਟਸ ਲੱਗਦੇ ਆ, ਜੇ ਉਹਦੀ ਮਿਹਨਤ ਲੱਗਦੀ ਹੈ ਉਹਦੇ ਕਰਨ ਲਈ, ਤੇ ਇਹ ਸਾਰੇ ਪੇਟੈਂਟਸ ਉਹਦੇ ਵਿੱਚ ਇਨਫੋਰਮੇਸ਼ਨ ਲਈ। ਜੇ ਪੇਟੈਂਟਸ ਦੀ ਜਦੋਂ ਆਪਾਂ ਸਰਚ ਕਰਦੇ, ਜਿਹਨੂੰ ਆਪਾਂ ਪ੍ਰਾਇਰ ਆਰਟ ਸਰਚ ਕਹਿੰਦੇ, ਉਹਦੇ ਬਾਅਦ 'ਚ ਸਾਨੂੰ ਜਾਣਕਾਰੀ ਮਿਲੇਗੀ ਕਿ ਆਪਾਂ ਪੇਟੈਂਟਸ ਫਾਈਲ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹਾਂ। ਜੇ ਕਰ ਸਕਦੇ ਹਾਂ ਤੇ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਇਸ ਤੋਂ ਅੱਗੇ ਆਪਾਂ ਵੇਖਾਂਗੇ ਕਿ ਪੇਟੈਂਟ ਦੀ ਫਾਈਲਿੰਗ ਪ੍ਰੋਸੀਜਰ ਕੀ ਹੁੰਦੀ ਆ, ਉਹ ਵੀ ਆਪਾਂ ਅਗਲੇ ਲੈਕਚਰ 'ਚ ਵੇਖਾਂਗੇ। ਥੈਂਕ ਯੂ।